ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਲ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਾਂਡਾ ਤੋਂ ਭਾਵ ਸਾਧ ਸੰਗਤ ਇੱਥੇ ਸਤਿਗੁਰੂ ਜੀ ਨੇ ਹਿਰਦੇ ਦੀ ਗੱਲ ਕੀਤੀ ਹੈ, ਕਿਉਂਕਿ ਕੋਈ ਵੀ ਵਸਤੂ ਟਿਕਾਉਣ ਵਾਸਤੇ ਪਾਉਣ ਵਾਸਤੇ ਭਾਂਡੇ ਦੀ ਜ਼ਰੂਰਤ ਪੈਂਦੀ ਹੈ, ਬਰਤਨ ਦੀ ਜ਼ਰੂਰਤ ਹੈ। ਦੁੱਧ ਪਾਉਣਾ ਹੈ, ਭੋਜਨ ਪਾਣੀ ਕੁਝ ਵੀ ਪਾਉਣਾ ਹੈ ਤਾਂ ਕਿਸੇ ਬਰਤਨ ਦੇ ਵਿੱਚ ਟਿਕਾਇਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਕੁੰਭ ਬਿਨਾ ਜੈਸੇ ਜਲ ਨਾ ਟਿਕਾਵੇ, ਸਾਧੂ ਬਿਨ ਐਸੇ ਅਭਿਗਤ ਜਾਵੇ। ਜਿਵੇਂ ਪਾਣੀ ਜਿਹੜਾ ਹੈ ਭਾਂਡੇ ਵਿੱਚ ਟਿਕਾਇਆ ਜਾਂਦਾ ਹੈ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਹਰ ਵਸਤੂ ਭਾਂਡੇ ਵਿੱਚ ਪੈਂਦੀ ਹੈ। ਇਸੇ ਪ੍ਰਕਾਰ ਇਹ ਜਿਹੜਾ ਸਾਡਾ ਹਿਰਦਾ ਹੈ, ਇਹਨੂੰ ਸੱਚੇ ਪਾਤਸ਼ਾਹ ਜੀ ਨੇ ਭਾਂਡਾ ਆਖਿਆ ਹੈ। ਇਸ ਹਿਰਦੇ ਦੇ ਅੰਦਰ ਗੁਰੂ ਦਾ ਉਪਦੇਸ਼ ਟਿਕਾਉਣ ਵਾਸਤੇ ਸਤਿਗੁਰੂ ਜੀ ਕਹਿੰਦੇ ਇਸ ਭਾਂਡੇ ਨੂੰ ਗੁਰੂ ਦੇ ਵੱਲ ਨੂੰ ਸਿੱਧਾ ਕਰ, ਤਾਂ ਹੀ ਇਹਦੇ ਵਿੱਚ ਕੋਈ ਚੀਜ਼ ਪਵੇਗੀ ਨਾ। ਤੇ ਸਾਧ ਸੰਗਤ ਭਾਂਡੇ ਵਿੱਚ ਚੀਜ਼ ਉਹੀ ਬਾਹਰ ਨਿਕਲਦੀ ਹੈ ਜਿਹੜੀ ਭਾਂਡੇ ਵਿੱਚ ਪਾਈ ਜਾਂਦੀ ਹੈ। ਅੰਮ੍ਰਿਤ ਵੇਲੇ ਆਸਾ ਕੀ ਵਾਰ ਅੰਦਰ ਸਤਿਗੁਰੂ ਜੀ ਦੇ ਬਚਨ ਸ਼ਰਵਣ ਕੀਤੇ ਹਨ, ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜਿਸ ਤਰ੍ਹਾਂ ਦੀ ਵਸਤੂ ਆਪਾਂ ਇਸ ਭਾਂਡੇ ਵਿੱਚ ਪਾਉਣੇ ਉਸ ਤਰ੍ਹਾਂ ਦੀ ਬਾਹਰ ਨਿਕਲਦੀ ਹੈ। ਸਾਡਾ ਮਨ ਵੀ ਇੱਕ ਭਾਂਡਾ ਹੀ ਹੈ, ਇਹਦੇ ਵਿੱਚ ਅਸੀਂ ਜੋ ਕੁਝ ਪਾਇਆ ਹੈ ਨਾ ਉਹੀ ਕੁਝ ਨਿਕਲਦਾ ਹੈ। ਇਸ ਲਈ ਸਤਿਗੁਰੂ ਜੀ ਨੇ ਕਿਹਾ ਬਈ ਸੰਗਤ ਇਸ ਤਰ੍ਹਾਂ ਦੀ ਕਰ, ਜਿੱਥੇ ਤੇਰਾ ਇਹ ਜਿਹੜਾ ਮਨ ਰੂਪੀ ਭਾਂਡਾ ਹੈ ਇਹਦੇ ਵਿੱਚ ਕੋਈ ਚੰਗੀ ਵਸਤੂ ਮਿਲ ਸਕੇ, ਚੰਗੀ ਵਸਤੂ ਪਾ ਸਕੇ। ਇਸ ਤਰ੍ਹਾਂ ਸਾਧ ਸੰਗਤ ਇਹਦੇ ਵਿੱਚ ਚੰਗੀ ਵਸਤੂ ਪਾਉਣ ਵਾਸਤੇ ਤਾਂ ਫਿਰ ਗੁਰੂ ਦਾ ਦਰ ਹੀ ਹੈ ਨਾ, ਜਿੱਥੇ ਸ਼ਬਦ ਦੀ ਦਾਤ ਰਾਹੀਂ ਪਰਮੇਸ਼ਰ ਦੇ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਇਹ ਭਾਂਡਾ ਜਿਹੜਾ ਹੈ ਪਿਛਲੇ ਕਈ ਜਨਮਾਂ ਦੀ ਮੈਲ ਦੇ ਨਾਲ ਅਤ ਮੈਲਾ ਹੋ ਚੁੱਕਿਆ ਹੈ। ਸਤਿਗੁਰੂ ਜੀ ਦਾ ਫੈਸਲਾ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਖੰਡਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾ। ਇਹਨੂੰ ਕਈ ਜਨਮਾਂ ਦੀ ਮੈਲ ਲੱਗ ਚੁੱਕੀ ਹੈ ਤੇ ਭਾਂਡੇ ਨੂੰ ਧੋ ਕੇ ਸਾਫ਼ ਕਰਕੇ ਫਿਰ ਕੋਈ ਚੀਜ਼ ਉਹਦੇ ਵਿੱਚ ਪਾਈ ਜਾਂਦੀ ਹੈ। ਜੇਕਰ ਭਾਂਡਾ ਖਟਿਆਈ ਨਾਲ ਲਿਬੜਿਆ ਹੋਇਆ ਹੈ ਜਾਂ ਕੁਝ ਹੋਰ ਲੱਗਿਆ ਵਿੱਚ ਉਹਦੇ, ਤਾਂ ਆਪਾਂ ਖਾਣਯੋਗ ਚੀਜ਼ ਉਹਦੇ ਵਿੱਚ ਕਦੀ ਪਾਉਂਦੇ ਨਹੀਂ। ਇਵੇਂ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਉਹ ਮਹਾ ਪਵਿੱਤਰ ਵਸਤੂ ਹੈ। ਉਹਨੂੰ ਪਾਉਣ ਵਾਸਤੇ ਇਸ ਮਨ ਰੂਪੀ ਭਾਂਡੇ ਨੂੰ ਸਾਫ਼ ਕਰਨਾ ਪੈਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਤੁਸੀਂ ਦੁੱਧ ਲੈਣ ਵਾਸਤੇ ਜਾਂਦੇ ਹੋ ਤੇ ਭਾਈ ਉਸ ਭਾਂਡੇ ਨੂੰ ਪਹਿਲਾਂ ਚੰਗੀ ਤਰ੍ਹਾਂ ਧੋਂਦੇ ਹੋ, ਮਾਂਜਦੇ ਹੋ, ਫਿਰ ਉਹਨੂੰ ਧੁੱਪ ਵਿੱਚ ਰੱਖ ਦਿੰਦੇ ਹੋ, ਤਾਂ ਕਰਕੇ ਉਹਦੇ ਵਿੱਚੋਂ ਜਿਹੜੀ ਹੈ ਮਹਿਕ ਸਮੈਲ ਜਿਹੜੀ ਹੈ ਬਾਹਰ ਨਿਕਲ ਜਾਵੇ, ਤਾਂ ਤੁਸੀਂ ਉਹਦੇ ਵਿੱਚ ਦੁੱਧ ਪਾਓ ਤੇ ਖਰਾਬ ਨਾ ਹੋਵੇ। ਇਵੇਂ ਜਿਹੜਾ ਤੁਹਾਡਾ ਇਹ ਮਨ ਰੂਪੀ ਭਾਂਡਾ ਹੈ, ਇਹਨੂੰ ਜੇਕਰ ਗੁਰੂ ਦੇ ਦਰ ਤੇ ਨਾਮ ਰੂਪੀ ਦੁੱਧ ਲੈਣ ਵਾਸਤੇ ਜਾਣਾ ਹੈ ਤੇ ਸਤਿਗੁਰੂ ਜੀ ਕਹਿੰਦੇ ਪਹਿਲਾਂ ਇਹਨੂੰ ਸਾਫ਼ ਕਰੋ, ਪਵਿੱਤਰ ਕਰੋ। ਜੇਕਰ ਇਹਨੂੰ ਸਾਫ਼ ਕਰੋਗੇ ਤਾਂ ਗੁਰੂ ਨੇ ਇਹਦੇ ਅੰਦਰ ਨਾਮ ਦੀ ਦਾਤ ਪਾਉਣੀ ਹੈ। ਸਤਿਗੁਰੂ ਜੀ ਦਾ ਸ਼ਬਦ ਆਪਾਂ ਬਾਣੀ ਵਿੱਚ ਪੜ੍ਹਦੇ ਸੁਣਦੇ ਹਾਂ, ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧੇ ਕਉ ਜਾਵੋ। ਦੂਧ ਕਰਮ ਹੁਣ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਭਾਂਡਾ ਧੋ ਕੇ ਧੁੱਪ ਲਵਾ ਕੇ ਫਿਰ ਭਾਈ ਗੁਰੂ ਦੇ ਦਰ ਤੇ ਦੁੱਧ ਲੈਣ ਵਾਸਤੇ ਜਾਓ, ਭਾਵ ਨਾਮ ਲੈਣ ਵਾਸਤੇ ਜਾਓ। ਦੂਧ ਕਰਮ ਹੁਣ ਸੁਰਤ ਸਮਾਇਨ। ਦੁੱਧ ਕੀ ਹੈ? ਸ਼ੁਭ ਕਰਮ, ਸ਼ੁਭ ਕਰਨੀ ਜਿਹੜੀ ਹੈ। ਸ਼ੁਭ ਕਰਨੀ ਕੀ ਹੈ? ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਦਾ ਨਾਮ ਜਪਣਾ ਹੀ ਸ਼ੁਭ ਕਰਮ ਹੈ। ਇਹ ਕਰਮ ਲੈ ਕੇ ਆਉਣੇ ਨੇ ਗੁਰੂ ਕੋਲੋਂ। ਦੂਧ ਕਰਮ ਹੁਣ ਸੁਰਤ ਸਮਾਇਨ,
ਹੋਏ ਨਿਰਾਸ਼ ਜਮਾਵੋ, ਤੇ ਸੰਸਾਰ ਦੀਆਂ ਆਸਾਂ ਵੱਲੋਂ ਨਿਰਾਸ਼ ਹੋ ਜਾਓ। ਟਿਕ ਜਾਓ ਇੱਕ ਥਾਂ ਤੇ, ਮੌਤ ਨੂੰ ਸਿਰ ਤੇ ਮੰਨ ਕੇ, ਤਾਂ ਫਿਰ ਇਹ ਜਿਹੜਾ ਦੁੱਧ ਜਿਹੜਾ ਹੈ ਦਹੀਂ ਬਣ ਜਾਵੇਗਾ, ਜੰਮ ਜਾਵੇਗਾ। ਕਿਉਂਕਿ ਦੁੱਧ ਨੂੰ ਗਰਮ ਕਰਕੇ ਕਿਸੇ ਖਾਸ ਟੈਂਪਰੇਚਰ ਤੇ ਲਿਜਾ ਕੇ ਫਿਰ ਉਹਨੂੰ ਲਪੇਟ ਕੇ ਰੱਖਿਆ ਜਾਂਦਾ। ਜੇ ਸਰਦੀ ਹੈ ਤਾਂ ਠੰਡ ਤੋਂ ਬਚਾਉਣਾ ਪੈਂਦਾ ਹੈ, ਜੇ ਗਰਮੀ ਹੈ ਤਾਂ ਉਸੇ ਹਿਸਾਬ ਨਾਲ ਫਿਰ ਕਮਰੇ ਵਿੱਚ ਰੱਖ ਲੈਂਦੇ ਆਪਾਂ। ਫਿਰ ਸਾਧ ਸੰਗਤ, ਜੇਕਰ ਦੁੱਧ ਜ਼ਿਆਦਾ ਗਰਮ ਹੈ ਤਾਂ ਵੀ ਦਹੀਂ ਜੰਮਦਾ ਨਹੀਂ, ਜੇਕਰ ਜ਼ਿਆਦਾ ਠੰਡਾ ਹੈ ਤੇ ਤਾਂ ਵੀ ਨਹੀਂ ਜੰਮਦਾ। ਉਹਨੂੰ ਸਾਰੀ ਰਾਤ ਉਹਦੇ ਵਿੱਚ ਬੂੰਦ ਪਾ ਕੇ ਕਾਂਜੀ ਦੀ, ਖੱਟੇ ਦੀ, ਤੇ ਰੱਖਣਾ ਪੈਂਦਾ ਹੈ। ਦਿਨ ਚੜ੍ਹਦੇ ਤੱਕ ਉਹ ਦਹੀਂ ਦਾ ਰੂਪ ਧਾਰਨ ਕਰ ਜਾਂਦਾ ਹੈ। ਇਵੇਂ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਇਹ ਵੀ ਮੰਨੋ ਕਿ ਉਸ ਪ੍ਰਕਾਰ ਦੀ ਇੱਕ ਖਟਿਆਈ ਹੈ ਜਿਹੜੀ ਮਨ ਰੂਪੀ ਦੁੱਧ ਦੇ ਅੰਦਰ ਲਾਉਣੀ ਹੈ। ਤੇ ਜਦੋਂ ਟਿਕ ਜਾਵਾਂਗੇ ਇੱਕ ਥਾਂ ਤੇ, ਇਹਨੂੰ ਸਥਿਰ ਕਰਾਂਗੇ, ਸਬਰ ਕਰਾਂਗੇ, ਸੰਤੋਖ ਕਰਾਂਗੇ, ਤਾਂ ਇਹ ਦੁੱਧ ਤੋਂ ਦਹੀਂ ਜ਼ਰੂਰ ਬਣ ਜਾਵੇਗਾ। ਪਰ ਸਬਰ ਕਰਨ ਦੀ ਲੋੜ ਹੈ, ਸਮਾਂ ਲੱਗੇਗਾ, ਸਹਿਜ ਵਿੱਚ ਟਿਕਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ, ਪਾਤਸ਼ਾਹ ਜੀ ਕਹਿੰਦੇ ਬਖਸ਼ਿਸ਼ ਮਿਲੇਗੀ। ਦੂਧ ਕਰਮ ਫਣ ਸੁਰਤ ਸਮਾਇਨ, ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਇਹ ਮਨ ਈਟੀ ਹਾਥ ਕਰੋ, ਹੁਣ ਨੇਤਰਾ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਏ, ਇਨ ਬਿਦ ਅੰਮ੍ਰਿਤ ਪਾਵੋ। ਇਸ ਤਰ੍ਹਾਂ ਫਿਰ ਹੱਥ ਦੇ ਨਾਲ, ਮਨ ਦੇ ਨਾਲ ਈਟੀਆਂ ਨੂੰ ਫੜ ਕੇ ਜਿਵੇਂ ਰੇੜਕਾ ਪਾਇਆ ਜਾਂਦਾ ਹੈ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਨਾਮ ਸਿਮਰਨ ਕਰਨਾ ਹੈ, ਟਿਕ ਕੇ ਕਰਨਾ ਹੈ, ਸ਼ੋਰ ਨਹੀਂ ਪਾਉਣਾ, ਉੱਚੀ ਉੱਚੀ ਕੂਕਾਂ ਮਾਰਨ ਦੀ ਲੋੜ ਨਹੀਂ। ਰੱਬ ਅੰਦਰ ਬੈਠਾ ਹੈ, ਸੁਣ ਰਿਹਾ ਹੈ। ਸਤਿਗੁਰੂ ਜੀ ਕਹਿੰਦੇ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਈ। ਸੰਸਾਰ ਨੂੰ ਨਹੀਂ ਸੁਣਾਉਣਾ, ਦੁਨੀਆ ਨੂੰ ਨਹੀਂ ਸੁਣਾਉਣਾ ਕਿ ਅਸੀਂ ਨਾਮ ਜਪਦੇ ਹਾਂ। ਨਾਮ ਸਹਿਜ ਵਿੱਚ ਟਿਕ ਕੇ ਜਪਣਾ ਹੈ। ਸਹਿਜ ਨਾਲ ਸਾਧ ਸੰਗਤ, ਜਦੋਂ ਮਧਾਣੀ ਬਾਹਲੀ ਤੇਜ਼ ਚੱਲਦੀ ਹੋਵੇ ਨਾ, ਜਾਂ ਜਿਹਨੂੰ ਦੁੱਧ ਰਿੜਕਣ ਦਾ ਅੱਗੇ ਹੱਥੀਂ ਦੁੱਧ ਰਿੜਕਦੇ ਸਮਝ ਨਹੀਂ, ਜ਼ੋਰ ਜ਼ੋਰ ਦੀ ਖਿੱਚ ਕੇ ਗੇੜਾ ਦੇਣ ਨਾਲ ਉਹ ਸਾਰਾ ਦੁੱਧ ਚਾਟੀ ਚੋਂ ਬਾਹਰ ਆ ਜਾਂਦਾ ਹੈ। ਇਵੇਂ ਸਹਿਜ ਦੇ ਨਾਲ, ਸਹਿਜ ਕੇ ਪਾਵੜੇ ਪੱਗ ਧਰ ਲੀਜੇ। ਇਹ ਸਹਿਜ ਦਾ ਮਾਰਗ ਹੈ, ਰੌਲੇ ਰੱਪੇ ਦਾ ਨਹੀਂ। ਇਸ ਲਈ ਸਹਿਜ ਸਹਿਜ ਜਪਦੇ ਜਪਦੇ ਸਤਿਗੁਰੂ ਦੀ ਬਖਸ਼ਿਸ਼ ਜ਼ਰੂਰ ਮਿਲਦੀ ਹੈ, ਰਹਿਮਤ ਜ਼ਰੂਰ ਮਿਲਦੀ ਹੈ। ਇਸ ਪ੍ਰਕਾਰ ਆਪਣੇ ਮਨ ਨੂੰ ਪਕੜ ਕੇ ਰੱਖਣਾ ਹੈ ਵਿਸ਼ੇ ਵਿਕਾਰਾਂ ਤੋਂ, ਬੁਰੇ ਪਾਸੇ ਤੋਂ, ਭੈੜੇ ਵਿਚਾਰਾਂ ਤੋਂ। ਤਾਂ ਸਾਧ ਸੰਗਤ ਦੇ ਮਨ ਰੂਪੀ ਭਾਂਡੇ ਦੇ ਅੰਦਰ ਨਾਮ ਰੂਪੀ ਦੁੱਧ ਇੱਕ ਦਿਨ ਜ਼ਰੂਰ ਦਹੀਂ ਬਣ ਜਾਵੇਗਾ, ਮੱਖਣ ਨਿਕਲੇਗਾ, ਤੱਤ ਤੱਕ ਪਹੁੰਚੇਗਾ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ, ਭਾਈ ਜਿਹੜਾ ਮਨ ਰੂਪੀ ਤੁਹਾਡਾ ਭਾਂਡਾ ਹੈ, ਇਸ ਨੂੰ ਉਹੀ ਚੰਗਾ ਲੱਗਦਾ ਹੈ ਵਾਹਿਗੁਰੂ ਨੂੰ, ਉਹੀ ਹਿਰਦਾ ਪ੍ਰਵਾਨ ਹੈ। ਭਾਂਡਾ ਹੱਛਾ ਸੋਏ, ਜੋ ਤਿਸ ਭਾਵਸੀ, ਭਾਂਡਾ ਅਤ ਮਲੀਨ। ਇਹ ਭਾਂਡਾ ਤਾਂ ਅੰਦਰੋਂ ਵਿਕਾਰਾਂ ਦੇ ਨਾਲ ਬਹੁਤ ਹੀ ਮੈਲਾ ਹੋ ਚੁੱਕਿਆ ਹੈ, ਅਤ ਮਲੀਨ ਦੱਸਿਆ ਗੁਰੂ ਸਾਹਿਬ ਜੀ ਨੇ। ਤੇ ਬੰਦਾ ਇਹਨੂੰ ਬਾਹਰੋਂ ਧੋ ਰਿਹਾ ਹੈ, ਤੀਰਥ ਇਸ਼ਨਾਨਾਂ ਦੇ ਰਾਹੀਂ, ਕਰਮ ਕਾਂਡਾਂ ਦੇ ਰਾਹੀਂ। ਸਤਿਗੁਰੂ ਕਹਿੰਦੇ ਬਾਹਰੋਂ ਧੋਣ ਦੇ ਨਾਲ ਮਨ ਰੂਪੀ ਭਾਂਡਾ ਜਿਹੜਾ ਹੈ ਉਹ ਅੱਛਾ ਨਹੀਂ ਹੋ ਸਕਦਾ। ਤਾਂ ਸਤਿਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਅੰਦਰ ਇਹ ਪ੍ਰਮਾਣ ਦੇ ਕੇ ਵੀ ਸਮਝਾਇਆ ਵੀ ਮਨ ਦੀ ਮੈਲ ਕਿਵੇਂ ਲਾਉਣੀ ਹੈ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਕੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਹਿਲਾਂ ਉਦਾਹਰਨਾਂ ਦਿੱਤੀਆਂ ਵੀ ਹੱਥ ਪੈਰ ਸਰੀਰ ਮਿੱਟੀ ਘੱਟੇ ਨਾਲ, ਗਰਦੇ ਨਾਲ ਲਿਬੜਿਆ ਹੋਵੇ ਤਾਂ ਇਹਨੂੰ ਪਾਣੀ ਦੇ ਵਿੱਚ ਇਸ਼ਨਾਨ ਕਰਨ ਨਾਲ ਧੋਤਾ ਜਾ ਸਕਦਾ ਹੈ। ਕੱਪੜਾ ਪਲੀਤ ਹੋ ਜਾਵੇ, ਬੱਚਿਆਂ ਦੇ ਥੱਲੇ ਰੱਖੇ ਹੋਏ ਕੱਪੜੇ ਮਲ ਮੂਤਰ ਨਾਲ ਪਲੀਤ ਹੋ ਜਾਂਦੇ ਨੇ, ਤਾਂ ਉਹਨੂੰ ਸਾਬਣ ਦੇ ਨਾਲ ਉਜਵਲ ਕਰ ਲਿਆ ਜਾਂਦਾ ਹੈ। ਇਵੇਂ ਜਿਹੜੀ ਮੱਤ ਵਿਕਾਰਾਂ ਨਾਲ, ਪਾਪਾਂ ਨਾਲ, ਬੁਰੇ ਵਿਚਾਰਾਂ ਨਾਲ ਭਰੀ ਹੋਈ ਹੈ, ਇਹਨੂੰ ਨਾਮ ਦੇ ਨਾਲ ਧੋਤਾ ਜਾ ਸਕਦਾ ਹੈ। ਨਾਮ ਹੀ ਐਸਾ ਸਾਬਣ ਹੈ,
ਨਾਮ ਮਹਾ ਪਵਿੱਤਰ ਹੈ ਤੇ ਨਾਮ ਨਾਲ ਜੁੜ ਕੇ ਹੀ ਮਨ ਨੂੰ ਸਾਫ਼ ਕੀਤਾ ਜਾਂਦਾ ਹੈ। ਜਿਵੇਂ ਜਿਵੇਂ ਕੱਪੜੇ ਨੂੰ ਸਾਬਣ ਲੱਗਦਾ ਹੈ ਤਿਵੇਂ ਤਿਵੇਂ ਮੈਲ ਬਾਹਰ ਨਿਕਲਦੀ ਹੈ। ਇਵੇਂ ਸਤਿਗੁਰੂ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਮਨ ਦੀ ਮੈਲ ਬਾਹਰ ਨਿਕਲਦੀ ਜਾਂਦੀ ਹੈ। ਜਿਵੇਂ ਜਿਵੇਂ ਨਾਮ ਜਪਦੇ ਆ ਭੈੜੇ ਭੈੜੇ ਵਿਚਾਰ ਆਉਂਦੇ ਨੇ, ਮਨ ਦੇ ਅੰਦਰ ਪਏ ਹੋਏ ਨੇ। ਕਈ ਵਾਰ ਅਸੀਂ ਸੋਚਦੇ ਹਾਂ ਵੀ ਇੰਨੇ ਮਾੜੇ ਵਿਚਾਰ ਕਿਉਂ ਆਉਂਦੇ ਨੇ। ਉਹਨਾਂ ਦੇ ਆਉਣ ਦਾ ਕਾਰਨ ਇਹੀ ਹੈ, ਸਤਸੰਗ ਤੋਂ ਮੈਲ ਨਿਕਲਦੀ ਹੈ, ਬਾਹਰ ਜਾਣ ਦੇਣੇ ਚਾਹੀਦੇ ਨੇ। ਤੇ ਸਹਿਜ ਸਹਿਜ ਦੇ ਨਾਲ ਜਿਵੇਂ ਜਿਵੇਂ ਮਨ ਪਵਿੱਤਰ ਹੋਈ ਜਾਂਦਾ ਹੈ, ਸਾਫ਼ ਹੋਈ ਜਾਂਦਾ ਹੈ, ਤਿਵੇਂ ਤਿਵੇਂ ਹੀ ਗੁਰੂ ਦੀ ਬਖਸ਼ਿਸ਼ ਹੋਈ ਜਾਂਦੀ ਹੈ। ਇਸ ਤਰ੍ਹਾਂ ਅੰਮ੍ਰਿਤ ਨਾਮ ਜਿਹੜਾ ਹੈ ਤਾਂ ਹਿਰਦੇ ਦੇ ਵਿੱਚ ਸਮਾਉਂਦਾ ਹੈ। ਪਹਿਲਾਂ ਭਾਂਡੇ ਨੂੰ ਸਹਿਜ ਸਹਿਜ ਨਾਮ ਦੇ ਨਾਲ ਸਾਫ਼ ਕਰਨਾ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਭਾਂਡਾ ਜਿਹੜਾ ਉਹ ਅਤ ਮਲੀਨ ਹੈ, ਪਰ ਮਨੁੱਖ ਜਿਹੜਾ ਹੈ ਮਨ ਰੂਪੀ ਭਾਂਡੇ ਨੂੰ ਸਾਫ਼ ਕਰਨ ਦੀ ਬਜਾਏ ਧਰਮ ਦਾ ਆਸਰਾ ਲੈ ਕੇ ਲੋਕ ਵਿਖਾਵਾ ਕਰ ਰਿਹਾ ਹੈ ਕਿ ਲੋਕ ਮੈਨੂੰ ਧਰਮੀ ਕਹਿਣ। ਬਾਹਰ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ ਹੈ, ਭਰਮਦਾ ਹੈ, ਭਟਕਦਾ ਹੈ। ਸਤਿਗੁਰੂ ਜੀ ਕਹਿੰਦੇ ਲੌਕੀ 68 ਤੀਰਥ ਨਾਈ, ਕੌਰਾ ਪਣ ਤਾਊ ਨਾ ਜਾਈ। ਤੁਮੀ ਨੂੰ ਲੌਕੀ ਨੂੰ 68 ਤੀਰਥਾਂ ਦੇ ਵਿੱਚ ਇਸ਼ਨਾਨ ਕਰਾ ਲਿਆ ਜਾਵੇ ਤਾਂ ਪਾਤਸ਼ਾਹ ਕਹਿੰਦੇ ਉਹਦਾ ਕੌੜਾਪਣ ਦੂਰ ਨਹੀਂ ਹੋ ਸਕਦਾ। ਇਵੇਂ ਬਾਹਰੋਂ ਇਸ਼ਨਾਨ ਕਰਨ ਦੇ ਨਾਲ ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ। ਸਰੀਰ ਦੀ ਪਵਿੱਤਰਤਾ ਚੰਗੀ ਗੱਲ ਹੈ, ਸਤਿਗੁਰੂ ਦੀ ਹਜ਼ੂਰੀ ਵਿੱਚ ਬਹਿਣਾ ਹੈ, ਬਾਣੀ ਪੜ੍ਹਨੀ ਹੈ, ਸੇਵਾ ਕਰਨੀ ਹੈ, ਤਾਂ ਸਾਨੂੰ ਬਿਲਕੁਲ ਸਵੱਛ ਵਸਤਰ ਪਾ ਕੇ ਇਸ਼ਨਾਨ ਪਾਣ ਕਰਕੇ, ਇਸ਼ਨਾਨ ਕਰਨ ਦਾ ਮਤਲਬ ਕੱਲੀ ਮਿੱਟੀ ਲਾਉਣਾ ਨਹੀਂ, ਸਾਧ ਸੰਗਤ ਸੁਸਤੀ ਵੀ ਦੂਰ ਹੁੰਦੀ ਹੈ, ਸਰੀਰ ਸਵਸਥ ਰਹਿੰਦਾ ਹੈ। ਸਤਿਗੁਰੂ ਜੀ ਦਾ ਫੈਸਲਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਦਾਤ ਸਿੱਖਾਂ ਨੂੰ ਦਿੱਤੀ ਹੈ ਸਤਿਗੁਰੂ ਜੀ ਨੇ, ਨਹੀਂ ਤੇ ਆਪ ਜੀ ਜਿਸ ਧਰਤੀ ਤੇ ਰਹਿੰਦੇ ਹੋ। ਤੇ ਸੁਣਨ ਵਿੱਚ ਆਇਆ ਇੱਥੋਂ ਦੇ ਲੋਕ ਜਿਹੜੇ ਵਾਸੀ ਨੇ ਇਹ ਵੀ ਬਹੁਤਾ ਇਸ਼ਨਾਨ ਕਰਦੇ ਨਹੀਂ, ਰੰਗ ਹੀ ਗੋਰੇ ਹਨ। ਪਰ ਸਾਧ ਸੰਗਤ ਜਿਹੜਾ ਸਿੱਖ ਨਿਤ ਰੋਜ਼ ਦਾ ਇਸ਼ਨਾਨ ਕਰਨ ਵਾਲਾ ਹੈ ਉਹ ਭਾਵੇਂ ਕਿੰਨੀ ਵੀ ਸਰਦੀ ਕਿਉਂ ਨਾ ਹੋਵੇ ਇਸ਼ਨਾਨ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹਦਾ ਸੁਭਾਅ ਹੀ ਇਸ ਤਰ੍ਹਾਂ ਦਾ ਬਣ ਜਾਂਦਾ ਹੈ। ਇਸ ਲਈ ਸਰੀਰਕ ਇਸ਼ਨਾਨ ਨੂੰ ਵੀ ਗੁਰਮਤਿ ਵਿੱਚ ਮਾਨਤਾ ਹੈ। ਇਹ ਸਾਡੇ ਭਾਈ ਇਸ ਤਰ੍ਹਾਂ ਦੇ ਨੇ, ਉਹ ਕਹਿੰਦੇ ਇਸ਼ਨਾਨ ਕਰਨ ਦੀ ਲੋੜ ਨਹੀਂ। ਨਹੀਂ, ਰੋਜ਼ਾਨਾ ਇਸ਼ਨਾਨ ਕਰਨ ਦਾ ਹੁਕਮ ਹੈ ਸਤਿਗੁਰੂ ਸਾਹਿਬ ਜੀ ਦਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਨੇਮ ਬਣਾਉਣਾ ਹੈ ਰੋਜ਼ ਦਾ। ਫਿਰ ਉਸ ਤੋਂ ਬਾਅਦ ਧਿਆਨ ਜਿਹੜਾ ਲਾਉਣਾ ਹੈ, ਸਿਮਰਨ ਕਰਨਾ ਹੈ, ਬਾਣੀ ਪੜ੍ਹਨੀ ਹੈ। ਕਿਉਂਕਿ ਭਾਂਡਾ ਇਕੱਲਾ ਅੰਦਰੋਂ ਨਹੀਂ ਨਾ ਧੋਤਾ ਜਾਂਦਾ। ਜੇ ਭਾਂਡਾ ਮੰਨ ਲਓ ਵੀ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਾਵੇ ਪਰ ਬਾਹਰੋਂ ਲਿਬੜਿਆ ਹੋਵੇ ਤਾਂ ਉਹਦੇ ਵਿੱਚ ਕੋਈ ਚੀਜ਼ ਪਾਉਣ ਨੂੰ ਚਿੱਤ ਕਰਦਾ ਹੈ, ਜਾਂ ਉਹਦੇ ਵਿੱਚ ਪਾਈ ਹੋਈ ਚੀਜ਼ ਖਾਣ ਵਾਸਤੇ ਜੀ ਕਰਦਾ ਹੈ? ਨਹੀਂ। ਸਤਿਗੁਰੂ ਜੀ ਕਹਿੰਦੇ ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਇਸ ਲਈ ਬਾਹਰੋਂ ਵੀ ਆਪਾਂ ਸਰੀਰ ਦੀ ਸਵਸਥਾ ਰੱਖਣੀ ਹੈ, ਅੰਦਰੋਂ ਵੀ ਸਾਫ਼ ਰੱਖਣਾ ਹੈ। ਦੂਜਾ ਭਾਗ ਕੀ ਹੈ? ਬਾਹਰੋਂ ਵਿਕਾਰਾਂ ਤੋਂ ਵੀ ਆਪਣੀ ਦੇਹੀ ਨੂੰ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਇਸ ਸਰੀਰ ਨੂੰ ਬਾਹਰੋਂ ਵੀ ਕੁਆਰੀ ਕੰਨਿਆਂ ਦੀ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ ਰੱਖਣਾ ਹੈ। ਇਸ ਤਰ੍ਹਾਂ ਸਤਿਗੁਰੂ ਦੀ ਬਖਸ਼ਿਸ਼ ਮਿਲਣੀ ਹੈ। ਇਸ ਕਰਕੇ ਸਾਧ ਸੰਗਤ ਪਾਤਸ਼ਾਹ ਜੀ ਕਹਿੰਦੇ ਬਾਹਰੋਂ ਧੋਣ ਦੇ ਨਾਲ, ਪਾਣੀ ਵਿੱਚ ਕੇਵਲ ਇਸ਼ਨਾਨ ਕਰਨ ਦੇ ਨਾਲ ਇਹ ਆਤਮਲੀਨ ਭਾਂਡਾ ਜਿਹੜਾ ਹੈ ਹੱਛਾ ਨਹੀਂ ਹੋ ਸਕਦਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਗੁਰੂ ਦੁਆਰੇ ਹੋਏ, ਇੱਥੇ ਗੁਰੂ ਸਾਹਿਬ ਜੀ ਨੇ ਗੁਰੂ ਦੁਆਰੇ ਆਏ ਨਹੀਂ ਲਿਖਿਆ, ਹੋਏ ਲਿਖਿਆ ਹੈ। ਕਿਉਂਕਿ ਸਾਧ ਸੰਗਤ ਆਉਂਦੇ ਤਾਂ ਬਹੁਤ ਲੋਕ ਨੇ। ਕਿਸੇ ਵੀ ਮਤ ਦਾ ਧਾਰਮਿਕ ਸਥਾਨ ਹੈ, ਭਾਵੇਂ ਚਰਚ ਹੈ ਤੇ ਭਾਵੇਂ ਮਸੀਤ ਹੈ, ਸ਼ਿਵ ਦਵਾਲਾ ਜਾਂ ਹਿੰਦੂਆਂ ਦਾ ਕੋਈ ਮੰਦਰ ਹੈ ਜਾਂ ਗੁਰਦੁਆਰਾ ਹੈ, ਉੱਥੇ ਆਉਂਦੇ ਲੋਕ ਬਹੁਤ ਨੇ। ਪਰ ਸਾਰੇ ਲੋਕ ਆ ਕੇ
ਉੱਥੇ ਦਿੱਤੇ ਜਾਂਦੇ ਉਪਦੇਸ਼ ਦੇ ਧਾਰਨੀ ਨਹੀਂ ਹੁੰਦੇ। ਜਿਸ ਇਸ਼ਟ ਕੋਲ ਆਉਂਦੇ ਨੇ ਉਹਦੇ ਕੋਲ ਕੁਝ ਮੰਗਣ ਵਾਸਤੇ ਦੁਨਿਆਵੀ ਮੰਗਾਂ ਲੈ ਕੇ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਬਹੁਤ ਦੁਨੀਆ ਆ ਜਾਂਦੀ ਹੈ, ਪਰ ਗੁਰੂ ਦੇ ਕੋਲ ਆ ਕੇ ਗੁਰੂ ਦਾ ਹੋ ਜਾਣਾ, ਗੁਰੂ ਦਾ ਬਣ ਜਾਣਾ, ਇਹ ਬਹੁਤ ਵਿਰਲੇ ਲੋਕਾਂ ਦੇ ਹਿੱਸੇ ਆਇਆ ਹੈ। ਇਸੇ ਲਈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਗੱਦੀ ਦੇਣ ਸਮੇਂ ਜਦੋਂ ਧਾਨਕ ਰੂਪ ਧਾਰਨ ਕੀਤਾ ਸੀ ਨਾ, ਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਲੱਕ ਦੇ ਨਾਲ ਕੁਝ ਕੱਪੜੇ ਵਗੈਰਾ ਇਸ ਤਰ੍ਹਾਂ ਦੇ ਬੰਨ੍ਹ ਲਏ, ਲਿਬਾਸ ਬਣਾ ਲਿਆ ਤੇ ਸਵਾਂਗ ਰਚਿਆ ਸੀ, ਕੁਝ ਕੁੱਤੇ ਨਾਲ ਲੈ ਲਏ। ਤੇ ਕੁਝ ਲੋਕ ਤਾਂ ਇਸ ਤਰ੍ਹਾਂ ਹੀ ਡਰ ਗਏ ਸੀ ਵੀ ਗੁਰੂ ਨਾਨਕ ਸਾਹਿਬ ਸ਼ਾਇਦ ਪਤਾ ਨਹੀਂ ਇਹਨਾਂ ਦਾ ਮਨ ਪਾਗਲ ਹੋ ਗਿਆ। ਕਈ ਲੋਕ ਤਾਂ ਡਰਦੇ ਡੇਰੇ ਚੋਂ ਭੱਜ ਗਏ ਸਨ। ਤੇ ਜਦੋਂ ਸਤਿਗੁਰੂ ਜੀ ਚੱਲ ਪਏ, ਕੁਝ ਸਿੱਖ ਨਾਲ ਮਗਰ ਮਗਰ ਚੱਲੇ, ਤੇ ਰਸਤੇ ਜਾਂਦਿਆਂ ਸਤਿਗੁਰੂ ਜੀ ਨੇ ਕੁਝ ਕੁ ਨੂੰ ਤਾਂ ਪੈਸਿਆਂ ਖਿਲਰੇ ਹੋਏ ਪੈਸੇ ਦਿਖਾਏ, ਤੋਂ ਪੈਸੇ ਚੁੱਕ ਕੇ ਵਾਪਸ ਮੋੜ ਆਏ। ਭਾਵ ਉਹ ਆਏ ਪੈਸੇ ਲੈਣ ਵਾਸਤੇ ਸੀ। ਅੱਗੇ ਚਲੇ ਗਏ ਤਾਂ ਸੋਨਾ ਮਿਲਿਆ ਤੇ ਕੁਝ ਸੋਨਾ ਚੁੱਕ ਕੇ ਵਾਪਸ ਆ ਗਏ। ਪਰ ਸਾਧ ਸੰਗਤ ਮਗਰ ਮਗਰ ਤੁਰਨ ਵਾਲੇ, ਜਿਹੜੇ ਗੁਰੂ ਨਾਲ ਪ੍ਰੀਤ ਕਰਨ ਵਾਲੇ ਸਾਨੂੰ ਬਹੁਤ ਥੋੜੇ ਰਹਿ ਗਏ। ਅਖੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੋਟਾ ਕੱਢ ਕੇ ਮਾਰਿਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਸਾਖੀ ਸੁਣਾਈ। ਕਹਿਣ ਲੱਗੇ, ਮਹਾਰਾਜ ਅਸੀਂ ਵੀ ਡਰਦੇ ਮਾਰੇ ਭੱਜ ਕੇ ਦਰਖਤਾਂ ਉੱਲੇ ਲੁਕ ਗਏ। ਨਹੀਂ ਪਾਸੇ ਹੋਏ ਤਾਂ ਕੇਵਲ ਲਹਿਣਾ ਜੀ ਨਹੀਂ ਹੋਏ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਲਹਿਣਿਆਂ ਸਾਰੇ ਭੱਜ ਗਏ, ਤੂੰ ਕਿਉਂ ਨਹੀਂ ਜਾਂਦਾ? ਤਾਂ ਭਾਈ ਲਹਿਣਾ ਜੀ ਨੇ ਕਿਹਾ, ਪਾਤਸ਼ਾਹ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੇ ਰੋਏ ਜਾਂ ਲਗ ਚਿਤ ਨਾ ਆਵਈ। ਕਿਸੇ ਦਾ ਕੋਈ ਟਿਕਾਣਾ ਹੋ ਸਕਦਾ ਏ, ਪਰ ਮੇਰਾ ਤਾਂ ਤੇਰੇ ਤੋਂ ਬਿਨਾ ਕੋਈ ਥਾਂ ਹੀ ਨਹੀਂ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਜੇ ਤੂੰ ਬਿਲਕੁਲ ਇਹ ਗੱਲ ਮੰਨਦਾ ਹੈ ਤੇ ਆ ਮੁਰਦਾ ਪਿਆ ਇਹਨੂੰ ਖਾ। ਕਹਿਣ ਲੱਗੇ, ਸਤਿਗੁਰੂ ਹੁਕਮ ਕਰੋ ਕਿਹੜੇ ਪਾਸੇ ਤੋਂ ਖਾਣਾ ਹੈ। ਤਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਅੰਗ ਨਾਲ ਲਾ ਕੇ ਲਹਿਣੇ ਤੋਂ ਅੰਗਦ ਬਣਾਇਆ। ਇੰਨੀ ਰਹਿਮਤ ਕੀਤੀ ਹੈ। ਸੋ ਕਹਿਣ ਤੋਂ ਭਾਵ ਸਾਧ ਸੰਗਤ ਦੁਨੀਆ ਆ ਬਹੁਤ ਜਾਂਦੀ ਹੈ, ਪਰ ਆ ਕੇ ਗੁਰੂ ਦਾ ਹੋ ਜਾਣਾ ਵਿਰਲਿਆਂ ਦੇ ਹਿੱਸੇ ਆਇਆ ਹੈ। ਇਸ ਲਈ ਸਤਿਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ ਹੈ, ਗੁਰੂ ਦੁਆਰੇ ਹੋਏ। ਗੁਰੂ ਦੇ ਦੁਆਰੇ ਤੇ ਆ ਕੇ ਗੁਰੂ ਦਾ ਹੋ ਜਾਣ ਦੇ ਨਾਲ, ਗੁਰੂ ਦਾ ਬਣ ਜਾਣ ਦੇ ਨਾਲ। ਇੱਕ ਜਗ੍ਹਾ ਹੋਰ ਫਰਮਾਨ ਆਉਂਦਾ ਹੈ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਸਤਿਗੁਰੂ ਫਰਮਾਇਆ ਕਾਰੀ ਏਕ ਰਹੋ, ਗੁਰਦੁਆਰੇ ਹੋਏ ਕੈ ਸਾਹਿਬ ਸੰਭਾਲੇ ਹੋ। ਉੱਥੇ ਵੀ ਪਾਤਸ਼ਾਹ ਜੀ ਨੇ ਗੁਰਦੁਆਰੇ ਹੋਏ ਕੈ ਸ਼ਬਦ ਵਰਤੇ। ਗੁਰਦੁਆਰੇ ਆ ਕੇ ਗੁਰੂ ਦਾ ਬਣ ਕੇ ਮਾਲਕ ਨੂੰ ਚੇਤੇ ਕਰੋ, ਗੁਰੂ ਨਾਲ ਜੁੜ ਕੇ ਰੱਬ ਨੂੰ ਚੇਤੇ ਕਰੋ। ਗੁਰਦੁਆਰੇ ਹੋਏ ਕੈ ਸਾਹਿਬ ਸੰਭਾਲੇ ਹੋ। ਸਾਹਿਬ ਸਦਾ ਹਜੂਰ ਹੈ, ਪਰ ਮੈਂ ਕੇ ਛੌੜ ਕੱਟ ਕੇ ਅੰਤਰ ਜੋਤ ਤਰੇ ਹੋ। ਉਹ ਵਾਹਿਗੁਰੂ ਮਾਲਕ ਜਿਹੜਾ ਇਹ ਸਦਾ ਹੀ ਹਾਜ਼ਰ ਨਾਜ਼ਰ ਹੈ, ਕਿ ਹਾਜ਼ਰ ਹਜ਼ੂਰ ਹੈ, ਕਿ ਜ਼ਾਹਰ ਜ਼ਹੂਰ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਭਰਮ ਦੇ ਛੌੜ ਪਏ ਨੇ ਨਾ, ਜਿਵੇਂ ਅੱਖਾਂ ਦੇ ਉੱਪਰ ਚਿੱਟਾ ਪੈ ਜਾਂਦਾ ਹੈ, ਮੋਤੀਆ ਆ ਜਾਂਦਾ ਹੈ, ਇਹ ਭਰਮ ਦਾ ਮੋਤੀਆ ਉਤਾਰ ਕੇ ਉਹ ਮਾਲਕ ਨੂੰ ਘਟ ਘਟ ਦੇ ਵਿੱਚ ਵੇਖੋ ਤੇ ਉਹਦੀ ਅੰਦਰ ਜਿਹੜੀ ਜੋਤ ਹੈ ਉਹਨੂੰ ਪਹਿਚਾਨਣ ਦਾ ਯਤਨ ਕਰੋ। ਅੰਤਰ ਜੋਤ ਤਰੇ ਹੋ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤ ਸੰਗਤ ਇੱਥੇ ਵੀ ਕਹਿੰਦੇ ਨੇ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇਸ ਗੱਲ ਦੀ ਸਮਝ ਗੁਰਦੁਆਰੇ ਆ ਕੇ ਮਿਲਦੀ ਹੈ, ਗੁਰੂ ਦੇ ਦਰ ਤੇ ਆ ਕੇ ਮਿਲਦੀ ਹੈ ਕਿ ਇਹ ਜਿਹੜਾ ਮਨ ਰੂਪੀ ਭਾਂਡਾ ਹੈ ਇਹ ਬਹੁਤ ਮੈਲਾ ਹੋ ਚੁੱਕਿਆ ਹੈ। ਨਹੀਂ ਤੇ ਸਾਧ ਸੰਗਤ ਸੰਸਾਰੀ ਬੰਦਾ ਜਿਹੜਾ ਹੈ ਉਹ ਤਾਂ ਇਹ ਗੱਲ ਮੰਨਣ ਵਾਸਤੇ ਤਿਆਰ ਹੀ ਨਹੀਂ। ਆਮ ਤੌਰ ਤੇ ਤਾਂ ਇਹੀ ਜਵਾਬ ਮਿਲਦਾ ਹੈ ਨਾ, ਲਗਭਗ 90-95% ਸਿੱਖ ਇਹੀ ਜਵਾਬ ਦਿੰਦੇ ਨੇ ਵੀ ਮਨ ਸਾਫ਼ ਹੋਣਾ ਚਾਹੀਦਾ ਹੈ, ਇਹ ਅੰਮ੍ਰਿਤ ਛਕਣ ਦੀ ਤਾਂ ਲੋੜ ਨਹੀਂ, ਮਨ ਸਾਫ਼ ਹੈ ਸਾਡਾ। ਬਹੁਤੀਆਂ ਅਸੀਂ ਸ਼ਾਦੀ ਭਰਦੇ ਵੀ ਫਲਾਣੇ ਨਾਲੋਂ ਤਾਂ ਅਸੀਂ ਚੰਗੇ ਹਾਂ, ਉਹ ਫਲਾਣਾ ਬੰਦਾ ਤਾਂ ਭਾਈ ਉਹ ਤਾਂ ਵੇਖਿਆ ਸੀ ਅੰਮ੍ਰਿਤ ਛਕ ਕੇ ਇਹੋ ਜਿਹੇ ਮਾੜੇ ਕੰਮ ਕਰਦਾ ਹੈ, ਉਹਨੇ ਤਾਂ ਵੇਖੋ ਬਾਣਾ ਪਾਇਆ ਹੈ, ਉਹ ਤਾਂ ਧਾਰਮਿਕ ਆਗੂ ਹੈ ਤੇ ਉਹ ਇਸ ਤਰ੍ਹਾਂ ਦੇ ਕੰਮ ਕਰਦਾ ਹੈ। ਤੇ ਇਹਦਾ ਮਤਲਬ ਤੁਹਾਨੂੰ ਵੀ ਇਸ ਗੱਲ ਦੀ ਖੁੱਲ੍ਹ ਮਿਲ ਗਈ ਉਹਦੀ ਆੜ ਦੇ ਵਿੱਚ, ਕਿਉਂਕਿ ਸੋਝੀ ਨਹੀਂ ਨਾ। ਗੁਰੂ ਸਾਹਿਬ ਕਹਿ ਰਹੇ ਨੇ, ਕਰਮੀ ਕਰਮੀ ਹੋਏ ਵਿਚਾਰ।
ਜੋ ਕਰਮ ਕਰਦਾ ਹੈ ਉਹਦਾ ਫਲ ਉਹਨੇ ਭੋਗਣਾ ਹੈ, ਜਿਹੜੇ ਅਸੀਂ ਕਰ ਰਹੇ ਉਹਦਾ ਅਸੀਂ ਭੋਗਣਾ ਹੈ। ਇਹ ਆਗਿਆ ਧਰਮ ਬਿਲਕੁਲ ਨਹੀਂ ਦਿੰਦਾ ਕਿ ਕਿਸੇ ਇੱਕ ਬੰਦੇ ਦੇ ਗਲਤ ਕੰਮ ਕਰਨ ਦੀ ਆੜ ਦੇ ਵਿੱਚ ਸਾਰੀ ਦੁਨੀਆ ਨੂੰ ਖੁੱਲ੍ਹ ਦੇ ਦਿੱਤੀ ਜਾਵੇ। ਸਤਿਗੁਰੂ ਕਹਿੰਦੇ ਆਪਣਾ ਆਪਣਾ ਲੇਖਾ ਦੇਣਾ ਹੈ। ਜਿਹੜਾ ਬੰਦਾ ਜੋ ਕਰਦਾ ਹੈ ਉਹਨੇ ਉਹਦਾ ਫਲ ਖਾਣਾ ਹੀ ਖਾਣਾ ਹੈ, ਉਹਨੂੰ ਉਹਦੀ ਸਜ਼ਾ ਮਿਲਣੀ ਹੀ ਮਿਲਣੀ ਹੈ। ਕਿਉਂਕਿ ਮਾਨਸਾ ਕਿਹੋਂ ਦਿਵਾਣੋ ਕੋਈ ਨਸ ਭੱਜ ਨਿਕਲੇ, ਹਰ ਕਿਹੋਂ ਦਿਵਾਣੋ ਕੋਈ ਕਿੱਥੇ ਜਾਇਆ। ਅਸੀਂ ਧਰਮ ਅਪਣਾਉਣਾ ਹੈ ਗੁਰੂ ਵੱਲ ਵੇਖ ਕੇ, ਨਾ ਕਿਸੇ ਮਨੁੱਖ ਵੱਲ ਵੇਖ ਕੇ ਕਿ ਫਲਾਨਾ ਬੰਦਾ ਧਾਰਮਿਕ ਹੋ ਕੇ ਜਾਂ ਧਾਰਮਿਕ ਲਿਬਾਸ ਪਾ ਕੇ ਇਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ, ਸ਼ਾਇਦ ਸਾਨੂੰ ਵੀ ਭੈੜੇ ਕੰਮ ਕਰਨ ਦੀ ਖੁੱਲ੍ਹ ਮਿਲ ਜਾਵੇ। ਤੇ ਸਾਰਾ ਸੰਸਾਰ ਤੇ ਸਾਰਾ ਸਮਾਜ ਡੁੱਬਦਾ ਕਿਉਂ ਜਾ ਰਿਹਾ ਹੈ? ਕਿਉਂਕਿ ਅਸੀਂ ਗੁਰੂ ਨੂੰ ਵੇਖ ਕੇ ਨਹੀਂ ਚੱਲ ਰਹੇ, ਅਸੀਂ ਸੰਸਾਰ ਪਿੱਛੇ ਚੱਲ ਰਹੇ ਹਾਂ। ਤੇ ਸਤਿਗੁਰੂ ਜੀ ਨੇ ਕਿਹਾ ਵੀ ਗੁਰਸਿੱਖ ਹੈ ਜੇ ਤੂੰ, ਤੇ ਫਿਰ ਤਾਂ ਭਾਈ ਤੂੰ ਗੁਰੂ ਦੇ ਪਿੱਛੇ ਤੁਰਨਾ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੇ ਪਿੱਛੇ ਤੁਰੋ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਦੇ ਪਿੱਛੇ ਤੁਰਨਾ ਸਿੱਖ ਦਾ ਕਰਮ ਹੈ। ਇਸ ਲਈ ਸਾਧ ਸੰਗਤ ਇਹ ਸਮਝ ਤਾਂ ਗੁਰੂ ਕੋਲੋਂ ਆ ਕੇ ਮਿਲਣੀ ਹੈ ਵੀ ਮੈਲਾ ਕੀ ਹੈ ਤੇ ਅੱਛਾ ਕੀ ਹੈ। ਇਹ ਸਮਝ ਗੁਰੂ ਕੋਲੋਂ ਪ੍ਰਾਪਤ ਹੋਣੀ ਹੈ। ਕਿਉਂਕਿ ਜਦੋਂ ਅੰਦਰ ਚਾਨਣ ਹੁੰਦਾ ਹੈ ਨਾ, ਮੈਲ ਦਾ ਤਾਂ ਫੇਰ ਹੀ ਪਤਾ ਲੱਗਦਾ ਹੈ। ਜਿਵੇਂ ਬੰਦ ਕਮਰੇ ਦੇ ਅੰਦਰ ਬਹੁਤ ਗਰਦ, ਮਿੱਟੀ, ਘੱਟਾ ਬਹੁਤ ਕੁਝ ਹੋਵੇ ਤੇ ਅੰਦਰ ਬੈਠੇ ਕੀ ਪਤਾ ਲੱਗਣਾ ਕਮਰਾ ਬੰਦ ਹੈ, ਘੁੱਪ ਹਨੇਰਾ ਹੈ। ਤੇ ਜੇ ਕਿਤੇ ਰੋਸ਼ਨਦਾਨ ਦੇ ਵਿੱਚ ਦੀ ਬਾਹਰੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹੋਣ ਤਾਂ ਸਾਧ ਸੰਗਤ ਫਿਰ ਪਤਾ ਲੱਗਦਾ ਹੈ ਵੀ ਅੰਦਰ ਗਰਦ ਮਿੱਟੀ ਬਹੁਤ ਹੈ। ਇਸ ਤਰ੍ਹਾਂ ਹੀ ਮਨ ਦੇ ਵਿੱਚ ਜਦੋਂ ਗੁਰੂ ਦਾ ਗਿਆਨ ਜਾਂਦਾ ਹੈ ਨਾ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਦਾ ਗਿਆਨ ਮਨ ਦੇ ਵਿੱਚ ਹੁੰਦਾ ਹੈ, ਤਾਂ ਸਮਝ ਪੈਂਦੀ ਹੈ ਵੀ ਇਹ ਮਨ ਕਿੰਨਾ ਕੁ ਮੈਲਾ ਹੈ। ਫਿਰ ਪਤਾ ਲੱਗਦਾ ਹੈ ਅਸੀਂ ਔਗੁਣਾਂ ਦੇ ਭਰੇ ਹੋਏ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਇੱਕ ਵੀ ਗੁਣ ਨਹੀਂ ਮੇਰੇ ਵਿੱਚ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ ਹੀ। ਫਿਰ ਪਤਾ ਲੱਗਦਾ ਹੈ ਅਸੀਂ ਔਗੁਣਾਂ ਦੇ ਹੀ ਭਰੇ ਹੋਏ ਹਾਂ, ਗੁਨਾਹਾਂ ਦੇ ਭਰੇ ਹੋਏ ਹਾਂ, ਮੇਰੇ ਵਿੱਚ ਇੱਕ ਵੀ ਗੁਣ ਨਹੀਂ। ਤੇ ਜਿੰਨਾ ਚਿਰ ਘੁੱਪ ਹਨੇਰਾ ਹੈ ਫਿਰ ਤਾਂ ਅਸੀਂ ਸਾਧ ਸੰਗਤ ਆਪਣੇ ਗੁਣ, ਆਪਣੀਆਂ ਵਡਿਆਈਆਂ, ਆਪਣੀ ਉਸਤਤ, ਆਪਣੀ ਕੀਰਤੀ, ਸਾਰਾ ਕੁਝ ਦੁਨੀਆ ਨੂੰ ਇਹੀ ਸੁਣਾਉਂਦੇ ਆ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ। ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਫਿਰ ਕਹਾਣੀ ਬਦਲ ਜਾਂਦੀ ਹੈ। ਫਿਰ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਹਮ ਨਾ ਚੰਗੇ ਆਖੀਐ, ਬੁਰਾ ਨਾ ਦਿਸੈ ਕੋਈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਇਸ ਲਈ ਇਹ ਸੋਝੀ ਜਿਹੜੀ ਹੈ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇਸ ਗੱਲ ਦੀ ਸਮਝ ਸਤਿਗੁਰੂ ਜੀ ਦੇ ਦੁਆਰੇ ਤੇ ਆ ਕੇ ਗੁਰੂ ਦੇ ਦਰ ਤੇ ਹੀ ਪ੍ਰਾਪਤ ਹੁੰਦੀ ਹੈ। ਏਤ ਦੁਆਰੇ ਧੋਏ ਹੱਛਾ ਹੋਏ ਸੀ। ਤੇ ਏਤ ਦੁਆਰੇ ਭਾਵ ਗੁਰੂ ਦੇ ਦੁਆਰੇ ਤੇ ਆ ਕੇ ਨਾਮ ਬਾਣੀ ਦੇ ਨਾਲ, ਸ਼ਬਦ ਦੀ ਵਿਚਾਰ ਦੇ ਨਾਲ, ਇਕੱਲਾ ਕੀਰਤਨ ਸੁਣ ਤੱਕ ਵੀ ਸੀਮਤ ਨਾ ਰਿਹਾ ਕਰੀਏ ਤੇ ਪਾਠ ਕਰਨ ਤੱਕ। ਸ਼ਬਦ ਦੀ ਵਿਚਾਰ ਬਹੁਤ ਜ਼ਰੂਰੀ ਹੈ। ਸ਼ਬਦ ਦੀ ਵਿਚਾਰ ਦੇ ਨਾਲ ਛੇਤੀ ਅਸੀਂ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਤੇ ਸ਼ਬਦ ਦੀ ਵਿਚਾਰ ਤੋਂ ਬਿਨਾਂ ਸਾਧ ਸੰਗਤ ਉਪਦੇਸ਼ਾਂ ਦੀ ਸਮਝ ਨਹੀਂ ਪੈਣੀ। ਇਕੱਲਾ ਅਸੀਂ ਕਰਮ ਤੇ ਉਪਾਸ਼ਨਾ ਤੇ ਜ਼ੋਰ ਨਹੀਂ ਰੱਖਣਾ, ਗਿਆਨ ਵੱਲ ਵੀ ਧਿਆਨ ਦੇਣਾ ਹੈ। ਤੇ ਇੱਥੇ ਤਿੰਨਾਂ ਚੀਜ਼ਾਂ ਦਾ ਸੁਮੇਲ ਹੈ ਗੁਰੂ ਨਾਨਕ ਦੇ ਘਰ ਵਿੱਚ। ਨਾ ਤਾਂ ਇੱਥੇ ਇਕੱਲਾ ਖਰੜ ਗਿਆਨ ਨੂੰ ਹੀ ਥਾਂ ਹੈ, ਤੇ ਨਾ ਇੱਥੇ ਕੇਵਲ ਇਕੱਲੇ ਕਰਮ ਨੂੰ ਹੀ ਥਾਂ ਹੈ, ਤੇ ਨਾ ਇਕੱਲੀ ਉਪਾਸ਼ਨਾ ਨੂੰ ਹੀ ਥਾਂ ਹੈ। ਜੇ ਇਕੱਲਾ ਮੂੰਹ ਦੇ ਨਾਲ ਵਾਹਿਗੁਰੂ ਰਾਮ ਰਾਮ ਕਰੀ ਜਾਵਾਂਗੇ ਪਰ ਕਰਮ ਠੀਕ ਨਹੀਂ, ਤੇ ਸਾਧ ਸੰਗਤ ਉਹਦੇ ਵਿੱਚ ਪ੍ਰੇਮ, ਪ੍ਰਭੂ ਦੀ ਉਪਾਸ਼ਨਾ ਨਹੀਂ, ਤਾਂ ਉਹ ਵੀ ਗਾਵਿਆ ਜਿਹੜਾ ਇਹ ਥਾਂ ਨਹੀਂ ਪੈਂਦਾ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਤੇ ਜੇ ਕੇਵਲ ਆਪਾਂ ਇਕੱਲੇ ਕਰਮ ਹੀ ਕਰਦੇ ਹਾਂ, ਸੇਵਾ ਹੀ ਕਰਦੇ ਹਾਂ, ਗੁਰੂ ਦਾ ਨਾਲ ਗਿਆਨ ਨਹੀਂ, ਤੇ ਸਤਿਗੁਰੂ ਜੀ ਫਿਰ ਵੀ ਕਹਿੰਦੇ ਭਾਈ ਇਹ ਸੇਵਾ ਹਉਮੈ ਦੇ ਵਿੱਚ ਹੈ ਤੇਰੀ, ਇਹਦੇ ਪਿੱਛੇ ਗੁਰੂ ਦਾ ਗਿਆਨ ਜ਼ਰੂਰੀ ਹੈ। ਜੇ ਤੈਨੂੰ ਗੁਰੂ ਦੀ ਮੱਤ ਨਹੀਂ ਤਾਂ ਮੱਤ ਥੋੜੀ, ਸੇਵ ਗਵਾਈ ਹੈ।
ਤਾਂ ਇਹ ਕਰ ਕਤਰ ਕੇ ਹੰਕਾਰ ਦੇ ਨਾਲ ਤੂੰ ਤਾਂ ਵੀ ਗਵਾ ਲੈਣੀ ਹੈ। ਇਸ ਕਰਕੇ ਸਾਧ ਸੰਗਤ ਕਰਮ ਵੀ ਜ਼ਰੂਰੀ ਹੈ, ਉਪਾਸ਼ਨਾ ਵੀ ਜ਼ਰੂਰੀ ਹੈ। ਤੇ ਜੇ ਇਕੱਲੀ ਆਪਾਂ ਉਪਾਸ਼ਨਾ ਹੀ ਕਰਦੇ ਆ ਨਾ ਤੇ ਫਿਰ ਅਸੀਂ ਗਿਆਨ ਤੋਂ ਵਾਂਝੇ ਰਹਿ ਜਾਂਦੇ ਆ। ਇਹ ਤਿੰਨ ਚੀਜ਼ਾਂ ਦਾ ਸੁਮੇਲ ਹੈ, ਕਰਮ ਮਾਰਗ, ਗਿਆਨ ਮਾਰਗ, ਉਪਾਸ਼ਨਾ ਮਾਰਗ। ਮਾਨ ਬਾਚ ਕਰਮ ਪ੍ਰਭ ਏਕ ਧਿਆਏ, ਸਰਬ ਫਲਾ ਸੋਈ ਜਨ ਪਾਏ। ਇਸ ਲਈ ਸ਼ਬਦ ਦੀ ਵਿਚਾਰ ਬਹੁਤ ਜ਼ਰੂਰੀ ਹੈ। ਸ਼ਬਦ ਦੇ ਵਿਚਾਰ ਨਾਲ ਹੀ ਉਪਦੇਸ਼ਾਂ ਦੀ ਸਮਝ ਪੈਂਦੀ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ ਇਹ ਜਿਚਰੀ ਸ਼ਬਦ ਨਾ ਕਰੇ ਵਿਚਾਰ। ਸੋ ਇਸ ਦੁਆਰੇ ਤੇ ਆ ਕੇ ਇਸ ਮਨ ਰੂਪੀ ਭਾਂਡੇ ਨੂੰ ਸ਼ਬਦ ਦੀ ਵਿਚਾਰ ਦੇ ਰਾਹੀਂ ਧੋਣਾ ਹੈ, ਤਾਂ ਇਸ ਨੇ ਪਵਿੱਤਰ ਸ਼ੁੱਧ ਹੋਣਾ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਮੈਲ ਕੀ ਹੈ, ਮੰਦਾ ਕੀ ਹੈ ਤੇ ਚੰਗਾ ਕੀ ਹੈ, ਸ਼ੁਭ ਗੁਣ ਕਿਹੜੇ ਨੇ, ਮੰਦੇ ਕਰਮ ਕਿਹੜੇ ਨੇ, ਚੰਗਿਆਈਆਂ ਕੀ ਨੇ, ਬੁਰਾਈਆਂ ਕੀ ਨੇ। ਇਸ ਭਾਂਡੇ ਨੂੰ ਮੈਲ ਕਿਹਨਾਂ ਕਰਮਾਂ ਕਰਕੇ ਲੱਗਦੀ ਹੈ, ਇਹ ਭਾਂਡਾ ਹੱਛਾ ਕਿਵੇਂ ਹੁੰਦਾ ਹੈ, ਸਾਫ਼ ਕਿਹੜੇ ਕਰਮਾਂ ਨਾਲ ਹੋਣਾ ਹੈ। ਇਹ ਵਿਚਾਰ ਜਿਹੜੀ ਹੈ ਆਪ ਵਰਤਾਏ ਸੀ, ਗੁਰੂ ਵਰਤਾਉਂਦਾ ਹੈ। ਭਾਵ ਗੁਰੂ ਹੀ ਦੱਸਦਾ ਹੈ, ਇਸ ਕਰਕੇ ਗੁਰਦੁਆਰੇ ਆ ਕੇ ਹੀ ਸਮਝ ਪੈਂਦੀ ਹੈ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਤੇ ਪਾਤਸ਼ਾਹ ਜੀ ਕਹਿੰਦੇ ਮਤਾਂ ਕੋਈ ਇਹ ਜਾਣ ਲਵੇ ਭਾਈ ਵੀ ਅੱਗੇ ਜਾ ਕੇ ਮਰਨ ਤੋਂ ਬਾਅਦ ਇਸ ਭਾਂਡੇ ਨੂੰ ਧੋ ਲਾਂਗੇ ਤੇ ਰੱਬ ਦੇ ਘਰੇ ਥਾਂ ਮਿਲ ਜੇਗੀ। ਜਿਵੇਂ ਬਹੁਤੇ ਬਜ਼ੁਰਗ ਕਹਿੰਦੇ ਹੁੰਦੇ ਆ ਵੀ ਅੰਮ੍ਰਿਤ ਤਾਂ ਗਾਂਹ ਜਾ ਕੇ ਛਕ ਲਾਂਗੇ, ਹੁਣ ਤਾਂ ਲੰਘ ਚੱਲੀ ਹੈ। ਪਰ ਸਤਿਗੁਰੂ ਜੀ ਕਹਿੰਦੇ ਅਜੇ ਵੀ ਮੌਕਾ ਹੈ। ਅਜਹੋਂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਇੱਕ ਛਿਨ ਵਿੱਚ ਗਣਕਾ ਤਰ ਗਈ ਸੀ, ਅਜਾਮਲ ਤਰ ਗਿਆ, ਤੂੰ ਵੀ ਤਰ ਸਕਦਾ ਹੈ। ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਤੇਰਾ ਵੀ ਭਲਾ ਹੋ ਸਕਦਾ ਹੈ। ਇਹ ਨਾ ਸੋਚ ਵੀ ਅੱਗੇ ਜਾ ਕੇ ਪਾ ਲਵਾਂਗੇ, ਅੱਗੇ ਜਾ ਕੇ ਨਹੀਂ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਗੇ, ਪ੍ਰਾਣ ਜਾਹੇਗੇ ਛੂਟ, ਬਾਅਦ ਵਿੱਚ ਤਾਂ ਪਛਤਾਵਾ ਹੀ ਹੈ। ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਤੇ ਜਿਸ ਤਰ੍ਹਾਂ ਦੇ ਕੋਈ ਪੁਰਾਣੇ ਕਰਮ ਕਮਾਉਂਦਾ ਹੈ, ਕਰਮ ਕਰਦਾ ਹੈ, ਉਸ ਤਰ੍ਹਾਂ ਦਾ ਉਹਦੇ ਮਨ ਦਾ ਸਰੂਪ, ਉਹਦੀ ਸ਼ਖਸੀਅਤ ਬਣ ਜਾਂਦੀ ਹੈ। ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ। ਤੇ ਜਿਹੜਾ ਪਰਮੇਸ਼ਰ ਦਾ ਪਵਿੱਤਰ ਅੰਮ੍ਰਿਤ ਨਾਮ ਹੈ, ਜੋ ਅਮਰ ਕਰਨ ਵਾਲਾ ਹੈ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ, ਇਹ ਹੋਰ ਕਿਤੋਂ ਨਹੀਂ ਮਿਲਦਾ। ਆਪ ਵਰਤਾਏ ਸੀ। ਭਾਂਡਾ ਵੇਖ ਕੇ ਫਿਰ ਉਹ ਪਾਉਂਦਾ ਹੈ। ਇਸ ਲਈ ਜਿਹੜਾ ਭਾਂਡਾ ਹਿਰਦਾ ਗੁਰੂ ਦੁਆਰੇ ਆ ਕੇ ਪਵਿੱਤਰ ਹੋ ਜਾਂਦਾ ਹੈ, ਉਹਦੇ ਵਿੱਚ ਉਹ ਵਾਹਿਗੁਰੂ ਨਾਮ ਰੂਪੀ ਦਾਤ ਜਿਹੜੀ ਹੈ ਪਾ ਦਿੰਦਾ ਹੈ। ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ। ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਤੇ ਫਿਰ ਜਿਹੜੇ ਆਪਣੇ ਹਿਰਦੇ ਰੂਪੀ ਭਾਂਡੇ ਨੂੰ ਧੋ ਲੈਂਦੇ ਨੇ, ਪਵਿੱਤਰ ਕਰ ਲੈਂਦੇ ਨੇ, ਉਹ ਹਲਤ ਤੇ ਪਲਤ ਲੋਕ ਪਰਲੋਕ ਦੇ ਵਿੱਚ ਇੱਜ਼ਤ ਪਾਉਂਦੇ ਨੇ। ਇੱਜ਼ਤ ਦੇ ਨਾਲ ਇੱਥੋਂ ਜੀਵਨ ਸਵਾਰ ਕੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਫਿੜ ਮੱਲਿਆ। ਉਹਦਾ ਅੱਗੇ ਗਏ ਦਾ ਸਵਾਗਤ ਕੀਤਾ ਜਾਂਦਾ ਹੈ। ਸਤਿਗੁਰੂ ਕਹਿੰਦੇ ਵਿੱਚ ਦੁਨੀਆ ਸੇਵਕ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਂਹ ਲੁਡਾਈ ਹੈ। ਰੱਬ ਦੀ ਦਰਗਾਹ ਵਿੱਚ ਉਹਦੀ ਜੈ ਜੈਕਾਰ ਹੁੰਦੀ ਹੈ। ਉੱਥੇ ਜਾ ਕੇ ਉਹਨੂੰ ਸਤਿਕਾਰ ਮਿਲਦਾ ਹੈ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹਾਏ 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 ਸਭ ਜਗ ਭਇਓ, ਜੈ 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 ਸੁਰਲੋਕ। ਸੋ ਇਸ ਤਰ੍ਹਾਂ ਅੱਗੇ ਜਾ ਕੇ ਮਾਣ ਪ੍ਰਾਪਤ ਹੁੰਦਾ ਹੈ। ਮਾਨਸ ਕਿਆ ਵਿਚਾਰਾ, ਮਨੁੱਖ ਦੀ ਤਾਂ ਕਿਹੜੀ ਗੱਲ ਹੈ। ਸਤਿਗੁਰੂ ਕਹਿੰਦੇ ਐਸੇ ਨਾਮ ਜਪਣ ਵਾਲੇ ਆਪਣੇ ਭਗਤ ਨੂੰ ਪਰਮੇਸ਼ਰ 3 ਲੋਕਾਂ ਦੇ ਵਿੱਚ ਪ੍ਰਗਟ ਕਰ ਦਿੰਦਾ ਹੈ। ਉਹਦੀ 3 ਲੋਕਾਂ ਵਿੱਚ ਮਹਿਮਾ ਹੋ ਜਾਂਦੀ ਹੈ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਤੇ ਪਾਤਸ਼ਾਹ ਕਹਿੰਦੇ ਜਿਹੜੇ ਹਿਰਦੇ ਰੂਪੀ ਭਾਂਡੇ ਨੂੰ ਗੁਰੂ ਦੇ ਦੁਆਰੇ ਤੇ ਧੋ ਲੈਂਦੇ ਨੇ, ਨਾਮ ਪ੍ਰਾਪਤ ਕਰ ਲੈਂਦੇ ਨੇ, ਇੱਕ ਤਾਂ ਉਹ ਆਪ ਨਿਹਾਲ ਹੋ ਜਾਂਦੇ ਨੇ, ਤੇ ਨਾਲ ਸਭ ਕੁਲ ਤਾਰ ਸੀ, ਆਪਣੀਆਂ ਸਾਰੀਆਂ ਕੁੱਲਾਂ ਨੂੰ ਤਾਰ ਲੈਂਦੇ ਨੇ। ਸਾਰੀਆਂ ਕੁੱਲਾਂ ਦਾ ਹੀ ਭਲਾ ਹੋ ਜਾਂਦਾ ਹੈ। ਸੰਤ ਜਨਾ ਕੇ ਹਰ ਜੀਓ ਕਾਰਜ ਸਵਾਰੇ, ਪ੍ਰਹਿਲਾਦ ਜਨ ਕੇ ਇੱਕ ਹੀ ਕੁੱਲ ਉਦਾਰੇ। ਇੰਨੇ ਸ਼ਬਦ ਪ੍ਰਵਾਨ ਕਰਨੇ। ਸਾਧ ਸੰਗਤ ਭੁੱਲਾਂ ਚੁੱਕਾਂ ਦੀ ਖਿਮਾ।